ਪਿੱਛੇ ਜੇ ਸਾਡੇ ਕੋਈ ਇੰਪਲਾਈ ਸੀ, ਉਹ ਇਦਾਂ ਟੈਸਟ ਕਰਵਾ ਕੇ ਗਿਆ, ਉਹ ਦੂਸਰੀ ਵਾਰੀ ਫੇਰ ਆਇਆ ਤੇ ਉਹ ਪੋਜ਼ਿਟਿਵ ਮਤਲਬ ਹੈਗਾ, ਉਹਨੇ ਡਰਗ ਐਡਿਕਟ ਸੀ, ਉਹਨੇ ਲਿੱਤਾ, ਉਹਨੇ ਸਾਡੇ ਕੋਲ ਟੈਸਟਿੰਗ ਕਰਵਾਇਆ ਔਰ ਮੈਨੂੰ ਪਤਾ ਲੱਗਾ ਵੀ ਉਹ ਬੰਦਾ ਇੱਥੋਂ ਕਿਤੋਂ ਜਾਲੀ ਰਿਪੋਰਟ ਬਣਾ ਕੇ ਚਲਾ ਗਿਆ। ਮੈਂ ਬਾਈ ਨੇਮ ਉਸ ਬੰਦੇ ਦੀ ਕੰਪਲੇਂਟ ਕੀਤੀ। ਕਾਰਵਾਈ ਤੇ ਕੀ ਕਰਨੀ ਆ, ਸਾਡੇ ਕੋਲ ਪੁੱਛਣ ਵੀ ਨਹੀਂ ਆਇਆ, ਰਿਕਾਰਡ ਨਾਲ ਲਾ ਕੇ ਭੇਜੇ ਆ ਕਿ ਆਹ ਡੁਪਲੀਕੇਟ ਰਿਪੋਰਟ ਇਹਨੂੰ ਪਤਾ ਕਰੋ ਕਿੱਥੋਂ ਲਈ ਇਹਨੇ, ਪਰ ਅੱਜ ਤੱਕ ਪੁਲਿਸ ਨੇ ਜ਼ਹਿਮਤ ਹੀ ਨਹੀਂ ਉਠਾਈ ਵੀ ਆ ਕੇ ਪਤਾ ਕਰਨ ਵੀ ਇਹ ਸਾਡੇ ਬਿਆਨ ਲਿਖਣ, ਵੀ ਰਿਪੋਰਟ ਪੁੱਛਣ, ਉਹ ਬੰਦੇ ਨੂੰ ਪੁੱਛਣ। ਬੰਦਾ ਤੇ ਪ੍ਰੈਜ਼ੈਂਟ ਆ, ਉਹਦਾ ਲਾਇਸੈਂਸ ਬਣਿਆ, ਭਾਈ ਤੇ ਸਕਦਾ ਨਹੀਂ ਉਹ। ਇਹ ਮੇਰੇ ਧਿਆਨ 'ਚ ਨਾ ਪਿਛਲੇ ਕਈ ਦਿਨਾਂ ਤੋਂ ਮੈਨੂੰ ਕੰਪਲੇਂਟ ਮਿਲ ਰਹੀ ਵੀ ਕੋਈ ਜਾਲੀ ਸਰਟੀਫਿਕੇਟ ਵੀ ਇਸ਼ੂ ਹੋ ਰਹੇ ਨੇ ਔਰ ਜਾਲੀ ਰਸੀਦ ਹੀ ਨਹੀਂ, ਸਰਟੀਫਿਕੇਟ ਵੀ ਇਸ਼ੂ ਹੋ ਰਹੇ ਆ। ਇਹ ਵਿੱਚ ਸਰਟੀਫਿਕੇਟ ਕਿਹੜੇ ਡਾਕਟਰ? ਡੋਪ ਟੈਸਟ ਦੇ। D4 न्यूज़ देख रहे तमाम दोस्तों को दीपक भंडारी का नमस्कार। सिविल अस्पताल में जहां पर कि डोप टेस्ट करवाए जाते हैं, पिछले 3 सालों से अधिक समय से यहाँ पर डोप टेस्ट करवाए जा रहे हैं, लेकिन डोप टेस्ट की रिपोर्ट पर भी सवालिया निशान लग गया है। कल एक यहाँ पर कर्मचारी पकड़ा गया है जो जाली रसीदें बनाता था और जाली सर्टिफिकेट बनाए जाने की बातें सामने आई हैं। हमारे साथ हैं यहाँ पर लेबॉर्टरी टेक्नीशियन के जो इंचार्ज हैं राजेश शर्मा। राजेश जी, थोड़ा कल जो मामला होया उस तो बाद तुसीं पहले भी कई बारी ਗੱਲਬਾਤ ਕੀਤੀ ਹੈ, ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਤੇ ਪਰ ਹੁੰਦਾ ਕੁਝ ਨਹੀਂ। ਸਰ ਹੁੰਦਾ ਕੁਛ ਨਹੀਂ। ਦੱਸੋ, ਅਸੀਂ ਨਾ ਜਿੱਦਾਂ ਡੋਪ ਟੈਸਟ ਕੀਤੇ ਨਾ ਵੀ ਅਸੀਂ ਬਿਲਕੁਲ ਬੜਾ ਫੇਅਰ ਸਿਸਟਮ ਸ਼ੁਰੂ ਹੋਵੇ, ਇਸ ਵਾਸਤੇ ਅਸੀਂ ਕਰਦੇ ਸੀ ਜਿੱਦਾਂ ਸਵੇਰੇ ਆਪਣੇ ਜਿਹੜੇ ਸਾਡੇ ਕੋਲ ਕੈਂਡੀਡੇਟ ਆਉਂਦੇ ਸੀ, ਅਸੀਂ ਉਹਨਾਂ ਦੇ ਸੀਰੀਅਲ ਵਾਈਜ਼ ਨੰਬਰ ਲਗਾ ਦਿੰਦੇ ਸੀ ਵੀ ਫਸਟ ਕਮ ਫਸਟ ਸਰਵ ਦੇ ਨਾਲ ਜਿਹੜਾ ਉਹ ਟੈਸਟ ਹੋਏਗਾ। ਉਹ ਕੱਲ੍ਹ ਜਦੋਂ ਅਸੀਂ ਟੈਸਟ ਕੀਤੇ ਤੇ 1 ਵਜੇ ਦੇ ਕੋਲ ਇੱਕ ਕੈਂਡੀਡੇਟ ਆਇਆ, ਸਵਿੰਦਰ ਸਿੰਘ, ਸ਼ਾਇਦ ਮੈਂ ਨਾਂ ਭੁੱਲ ਗਿਆ, ਸੁਖਵਿੰਦਰ ਸਿੰਘ ਕਰਕੇ, ਮੰਗਾ ਸਰਾਏ ਪਿੰਡ ਦਾ ਸੀ। ਅਸੀਂ ਕਿਹਾ ਵੀ ਤੁਹਾਡਾ ਇੱਕ ਨੰਬਰ ਹੈਗਾ ਤੇ ਤੁਸੀਂ 1 ਵਜੇ ਟੈਸਟ ਕਰਵਾਉਣ ਆ ਰਹੇ ਹੋ, ਤੇ ਉਹ ਨਾ ਫਿਰ ਬੰਦਾ ਨਾ ਕੁਝ ਜਵਾਬ ਨਹੀਂ ਕਹਿੰਦਾ ਜੀ ਮੇਰੀ ਪਰਚੀ ਕਿਸੇ ਨੇ ਕਟਾਈ ਸੀ। ਉਹ ਇੱਦਾਂ ਹੁੰਦਾ, ਯੂਜ਼ਲੀ ਅਸੀਂ ਕੀ ਕਰਦੇ ਸੀ, ਸਾਡੇ ਕੋਲ ਫਿਜ਼ੀਕਲੀ ਬੰਦਾ ਸਾਹਮਣੇ ਅਪੇਅਰ ਹੁੰਦਾ ਸੀ, ਦੇਖ ਕੇ ਅਸੀਂ ਕਿਹਨਾਂ ਦਾ ਉਹਦਾ ਨੰਬਰ ਲਗਾਉਂਦੇ ਸੀ। ਉਹ ਬੰਦੇ ਨੇ ਖੁਦ ਪਰਚੀ ਕਟਵਾ ਕੇ ਤੇ ਉਹ ਆਪਣੇ ਸਾਡੇ ਐਸਐਮਓ ਕੋਲ ਸਾਈਨ ਕਰਵਾ ਲਏ। ਉਹਨੇ ਗੁੱਡ ਫੇਥ 'ਤੇ ਸਾਈਨ ਕਰ ਦਿੱਤੇ, ਉਹਨੂੰ ਪਤਾ ਨਹੀਂ ਸੀ। ਤੇ ਉਹ ਫਿਰ ਜਦੋਂ ਸਾਨੂੰ ਸ਼ੱਕ ਜਿਹਾ ਪਿਆ ਤੇ ਮੈਂ ਉਹ ਸਲਿੱਪ ਲੈ ਕੇ, ਉਹ ਜਿਹੜੀ 1500 ਰੁਪਏ ਦੀ ਸਲਿੱਪ ਸੀ ਓਪੀਡੀ ਦੇ ਨਾਲ, ਉਹ ਲੈ ਕੇ ਮੈਂ 3 ਨੰਬਰ ਜਿਹੜਾ ਕਾਊਂਟਰ ਹੈ ਜਿੱਥੇ ਚਲਾ ਗਿਆ, ਜਿੱਥੇ ਸਾਡੀ ਰਿਸੀਪਟਸ ਕੱਢਦੇ। ਉਹ ਫਿਰ ਉਹਨੇ ਪੁੱਛਿਆ, ਕਹਿੰਦੇ ਵੀ ਸਾਡਾ ਜਿਹੜਾ ਇੱਕ ਡਿਸ਼ ਅਲਾਟ ਕੀਤੀ 4 ਨੰਬਰ ਦੀ ਸ਼ੇਡ, ਕਹਿੰਦੇ ਇਹ 6 ਨੰਬਰ ਡਿਸ਼ ਦਵਾਈ ਉਹ ਤਾਂ ਸਾਡੇ ਕੋਲ ਹੈ ਹੀ ਨਹੀਂ, ਉਹ ਤਾਂ ਵਰਕਿੰਗ 'ਚ ਹੀ ਨਹੀਂ ਗਈ। ਤੇ ਉਹ ਕਹਿੰਦੇ ਅਸੀਂ ਤਾਂ 4 ਨੰਬਰ ਕੱਢਦੇ ਹਾਂ। ਫਿਰ ਅਸੀਂ ਉਹਦੇ ਕੋਲ ਪੁੱਛਿਆ, ਉਹ ਬੰਦੇ ਕੋ ਵੀ ਤੇਰੀ ਪਰਚੀ ਕਿੰਨੇ ਕਟਾਈ? ਤੇ ਸਾਡਾ ਇਹ ਤਾਂ ਕਰਮਚਾਰੀ ਸੀ, ਸੰਨੀ ਨਾਮ ਹੈ ਉਹਦਾ, ਨਿਕਨੇਮ, ਮੈਨੂੰ ਐਗਜ਼ੈਕਟ ਫੁੱਲ ਨੇਮ ਨਹੀਂ ਪਤਾ, ਆਊਟਸੋਰਸ 'ਤੇ ਲੱਗਾ ਆ। ਉਹ ਫਿਰ ਕਹਿੰਦਾ ਹਾਂਜੀ ਮੈਂ ਕਟਾਈ ਸੀ ਜੀ, ਮੈਂ 1 ਨੰਬਰ ਤੋਂ ਕਟਾਈ, ਫਿਰ ਮੇਰਾ ਕੋਈ ਫਰੈਂਡ ਆਇਆ ਸੀ, ਮੈਂ ਉਹਨੂੰ ਕੁੱਲ ਮਿਲਾ ਕੇ ਇਹ ਜਾਲੀ ਰਸੀਦਾਂ ਕੱਟੀਆਂ ਜਾ ਰਹੀਆਂ ਸੀ। ਜਾਲੀ ਐਕਚੁਅਲੀ ਉਹ ਕਿਉਂਕਿ ਉਹ ਐਕਸਪਰਟ ਹੈ, IT ਐਕਸਪਰਟ ਹੈ, ਵੈਸੇ ਉਹਨੇ ਫਾਰਮੇਸੀ ਕੀਤੀ, ਉਹਨੇ 1500 ਦੀ ਰਸੀਦ ਕੱਟ ਕੇ ਬਾਅਦ 'ਚ ਉਹਨੂੰ ਕੈਂਸਲ ਵੀ ਕਰ ਦਿੱਤਾ ਸੀ ਵੀ ਤਾਂ ਕਿ ਉਹ ਰਿਕਾਰਡ 'ਚ ਨਾ ਆ ਸਕੇ। ਉਹ ਤਾਂ ਤੁਸੀਂ ਨਾ ਧਿਆਨ ਰੱਖਦੇ ਤੇ ਉਹ ਡੋਪ ਇਦਾਂ ਬਿਲਕੁਲ ਜੇ ਨਾ ਧਿਆਨ, ਜੇ ਰੂਟੀਨ 'ਚ ਆਉਂਦਾ ਤਾਂ ਸ਼ਾਇਦ ਸਾਡੇ ਕੋਲ ਨਿਕਲ ਜਾਂਦਾ। ਕਦੋਂ ਤੋਂ ਡੋਪ ਟੈਸਟ ਸ਼ੁਰੂ ਹੋਏ ਸੀ ਤੇ ਕਿੰਨੇ ਟੈਸਟ ਹੋ ਚੁੱਕੇ ਤੇ ਕਿੰਨੇ ਲੋਕ ਪੋਜ਼ਿਟਿਵ ਅਜੇ ਤੱਕ ਪਾਏ ਗਏ? ਇਹ ਅਪ੍ਰੈਲ 2018 ਤੋਂ ਸ਼ੁਰੂ ਹੋਈ ਸੀ ਤੇ ਟਿਲ ਜਿਹੜੇ ਅਕਤੂਬਰ ਤੱਕ ਅਸੀਂ ਮੈਂ ਡਾਟਾ ਬਣਾਇਆ ਸੀ, ਸਾਡੇ ਕੋਲ 13547 ਟੈਸਟ ਹੋਏ ਤੇ 1193 ਪੋਜ਼ਿਟਿਵ ਆਏ। ਸ਼ਰਮਾ ਜੀ, ਦੇਖੋ ਕਿੰਨਾ ਵੱਡਾ ਘਾਲਮੇਲ ਚੱਲ ਰਿਹਾ ਸਰਕਾਰ ਦਾ, ਇਹਦਾ ਮਤਲਬ ਜਿਹੜੀ ਸਰਕਾਰ ਦਾ ਮੋਟਿਵ ਸੀ ਉਹਨੂੰ ਧੱਕਾ ਪਹੁੰਚ ਰਿਹਾ। ਸਰ ਭੰਡਾਰੀ ਸਾਹਿਬ, ਮੇਰੇ ਖਿਆਲ ਨਾਲ ਸ਼ਾਇਦ ਆਪਣੀ 11ਵੀਂ ਜਾਂ 12ਵੀਂ ਇਹ ਬੀਟ ਚੱਲ ਰਹੀ ਹੋਣੀ ਜਿਹਦੇ ਵਿੱਚ ਆਪਾਂ ਕੀਤਾ ਵਾ, ਪਰ ਅਲਟੀਮੇਟਲੀ ਰਿਜ਼ਲਟਸ ਜਿਹੜਾ 0 ਆ। ਹੁਣ ਪਿੱਛੇ ਜੇ ਸਾਡੇ ਕੋਈ ਇੰਪਲਾਈ ਸੀ, ਉਹ ਇਦਾਂ ਟੈਸਟ ਕਰਵਾ ਕੇ ਗਿਆ, ਉਹ ਦੂਸਰੀ ਵਾਰੀ ਫੇਰ ਆਇਆ ਤੇ ਉਹ ਪੋਜ਼ਿਟਿਵ ਮਤਲਬ ਹੈਗਾ, ਉਹਨੇ ਡਰਗ ਐਡਿਕਟ ਸੀ, ਉਹਨੇ ਲਿੱਤਾ, ਉਹਨੇ ਸਾਡੇ ਕੋਲ ਟੈਸਟਿੰਗ ਕਰਵਾਇਆ ਔਰ ਮੈਨੂੰ ਪਤਾ ਲੱਗਾ ਵੀ ਉਹ ਬੰਦਾ ਇੱਥੋਂ ਕਿਤੋਂ ਜਾਲੀ ਰਿਪੋਰਟ ਬਣਾ ਕੇ ਚਲਾ ਗਿਆ। ਮੈਂ ਬਾਈ ਨੇਮ ਉਸ ਬੰਦੇ ਦੀ ਕੰਪਲੇਂਟ ਕੀਤੀ ਔਰ ਈਵਨ ਕਿ ਕਮਿਸ਼ਨਰ ਦਫ਼ਤਰ ਵਾਲਿਆਂ ਨੇ ਵੀ ਐਡਮਿਟ ਕੀਤਾ ਵੀ ਇਹ ਬੰਦਾ ਸਾਡੇ ਕੋਲ ਰਿਪੋਰਟ ਲੈ ਕੇ ਆਇਆ ਵਾ। ਬਾਅਦ 'ਚੋਂ ਉਹਨਾਂ ਨੇ ਸਾਨੂੰ ਇਸ ਚੀਜ਼ ਦਾ ਕੋਈ ਰਿਪਲਾਈ ਨਹੀਂ ਮਿਲਿਆ। ਔਰ ਦੂਸਰਾ ਤੁਸੀਂ ਦੇਖੋ ਵੀ ਸਾਡੀਆਂ ਰਿਪੋਰਟਸ ਹੈ, ਅਸੀਂ ਦੇਖੋ ਜਿਹੜੇ ਵੀ ਕੈਂਡੀਡੇਟ ਨੂੰ ਰਿਪੋਰਟ ਦਿੰਦੇ ਆ ਉਹਦੇ ਉੱਤੇ ਵੱਡਾ ਲਿਖਦੇ ਨੇ ਡੁਪਲੀਕੇਟ ਕਾਪੀ, ਕਿਉਂਕਿ ਜੇ ਅਸਲੀ ਕਿਹੜੀ ਹੋਏਗੀ ਰਿਪੋਰਟ ਜਿਹਦੇ ਉੱਤੇ ਪੈਥੋਲੋਜਿਸਟ ਪਲੱਸ ਸਾਡੇ ਸੀਨੀਅਰ ਮੈਡੀਕਲ ਆਫਿਸਰ ਜਿਹੜੇ ਨੂੰ ਇੰਡੋਰਸ ਕਰੇਗਾ। ਇਹਨੂੰ ਰੋਕਿਆ ਕਿੱਦਾਂ ਜਾ ਸਕਦਾ? ਸਰ ਇਹ ਜੇ ਐਡਮਿਨਿਸਟ੍ਰੇਸ਼ਨ ਨਹੀਂ ਚਾਹੁੰਦੀ ਤਾਂ ਅਸੀਂ ਕਿੱਦਾਂ ਰੋਕ ਸਕਦੇ ਹਾਂ? ਅਸੀਂ ਤਾਂ ਦੇਖੋ ਤੁਹਾਡੇ ਸਾਹਮਣੇ ਕੰਪਲੇਂਟ ਕਰਦੇ ਹਾਂ, ਉਹ ਅੱਗੋਂ ਕੋਈ ਐਕਸ਼ਨ ਕੁਛ ਨਹੀਂ ਹੁੰਦਾ। ਤੁਸੀਂ ਦੇਖੋ ਔਰ ਅੱਜ ਦੀ ਡੇਟ ਵਿੱਚ ਵੀ ਰੂਰਲ ਦੀਆਂ 100% ਰਿਪੋਰਟਸ ਜਿਹੜੀਆਂ ਡੁਪਲੀਕੇਟ ਜਿਹੜੀਆਂ ਅਸੀਂ ਲਿਖੀ ਹੁੰਦੀਆਂ ਸਕੈਨ ਹੁੰਦੀਆਂ, ਉਹ ਖੁਦ ਉਹਨਾਂ ਨੇ ਆਪਣੀਆਂ ਡਾਇਰੈਕਸ਼ਨਸ ਨੂੰ ਆਪਣੇ ਡਿਪਾਰਟਮੈਂਟ ਵਾਲੇ ਨਹੀਂ ਮੰਨਦੇ। ਤੇ ਅਸੀਂ ਦੱਸੋ ਰੂਲਸ ਬਣਾਉਣ ਵਾਲੇ ਤੇ ਇੰਪਲੀਮੈਂਟ ਕਰਾਉਣ ਵਾਲੇ ਕੌਣ ਹੁੰਦੇ ਆ? ਅਸੀਂ ਤੇ ਆ ਵੀ ਸਾਡੇ ਕੋਲ ਜਿਹੜੇ ਬੰਦੇ ਆਉਂਦੇ ਆ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ। ਅਲਟੀਮੇਟਲੀ ਦੇਖੋ ਅੱਜ ਤੁਸੀਂ ਦੇਖੋ 3 ਸਾਲ ਤੋਂ ਉੱਤੇ ਹੋ ਗਏ ਆ, ਲੋਕੀ ਦੂਸਰੀ ਵਾਰੀ ਵੀ ਟੈਸਟ ਕਰਾਉਣ ਲੱਗੇ। 40,000 ਤੋਂ ਉੱਤੇ ਆਪਣੇ ਡਿਸਟ੍ਰਿਕਟ ਵਿੱਚ ਵੈਪਨ ਹੈਗੇ ਆ ਤੇ 40,000 ਨਵੀਆਂ ਆਪਣੀਆਂ ਜਿਹੜੀਆਂ ਫਾਈਲਸ ਪ੍ਰੋਸੈਸ ਹੋਈਆਂ ਨੇ। ਤੁਸੀਂ ਦੇਖੋ 1 ਲੱਖ ਦੇ ਕੋਲ ਟੈਸਟ ਹੋਏ ਹੋਣੇ ਔਰ ਸਾਡਾ ਡਾਟਾ ਦੇਖ ਲਓ 13,000 ਇਹ ਜੇ, ਤੇ ਬਾਕੀ ਤੁਸੀਂ ਲਾ ਲਓ ਜੇ ਹੋਰ ਜਿਹੜੇ ਸੈਂਟਰਸ ਦਾ ਵੀ ਮਿਲਾ ਕੇ ਹਾਰਡਲੀ 22 ਜਾਂ 23,000 ਹੋਏਗਾ। ਤੁਸੀਂ ਦੇਖ ਲਓ ਵੀ ਇੰਨੀ ਵੱਡੀ ਫਿਗਰ ਦੇ ਵਿੱਚ ਫਰਕ ਨਹੀਂ ਪੈ ਸਕਦਾ।
60 ਜਾਂ 65 ਹਜ਼ਾਰ ਰੁਪਏ ਦਾ 60 ਜਾਂ 65 ਹਜ਼ਾਰ ਜਿਹੜੇ ਨੰਬਰਸ ਜਿਹੜੇ ਆ ਇਹ ਨੈਚੁਰਲੀ ਕਿਤੇ ਨਾ ਕਿਤੇ ਗੋਲਮਾਲ ਹੈਗਾ। ਤੇ ਸਾਡੇ ਨਾਲ ਨੇ ਸਿਵਲ ਹਸਪਤਾਲ ਐਮਪਲਾਈ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਸ਼ਰਮਾ ਜੀ, ਪਹਿਲੇ ਵੀ ਕਈ ਵਾਰੀ ਇਹ ਮਾਮਲਾ ਸਾਹਮਣੇ ਆਇਆ। ਇੱਕ ਰਮਦਾਸ ਵੀ ਪਕੜਿਆ ਗਿਆ ਸੀ, ਉਹ ਜਾਲੀ ਸਰਟੀਫਿਕੇਟ ਬਣਾਉਂਦਾ ਸੀ, ਜਿਵੇਂ ਹੁਣ ਵੀ ਸਾਹਮਣੇ ਆਇਆ ਜਾਲੀ ਰਸੀਦਾਂ ਤੇ ਜਾਲੀ ਸਰਟੀਫਿਕੇਟ ਬਣਾਏ ਜਾ ਰਹੇ। ਤੇ ਇਹਦਾ ਮਤਲਬ ਸਰਕਾਰ ਦਾ ਪਰਪਸ ਦਾ ਡਿਫੀਟ ਹੋ ਗਿਆ। ਸਰਕਾਰ ਨੇ ਕਿਹਾ ਸੀ ਵੀ ਜਾਲੀ ਜਿਹਦੇ ਕੋਲ ਅਸਲਾ ਲਾਇਸੈਂਸ ਹੈ ਉਹ ਨਸ਼ੇੜੀ ਨਹੀਂ ਹੋਣਾ ਚਾਹੀਦਾ। ਇਹ ਬਿਲਕੁਲ ਜਿਹੜੀ ਜਿਸ ਕੰਮ ਵਾਸਤੇ ਸਰਕਾਰ ਦਾ ਜੋ ਮੋਟਿਵ ਸੀ ਉਹ ਤਾਂ ਬਹੁਤ ਚੰਗਾ ਸੀ, ਪਰ ਜਿਹੜੇ ਥੱਲੇ ਆ ਕੰਮ ਕਰਨ ਵਾਲੇ ਉਹਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ। ਪੋਲੀਟੀਕਲ ਪ੍ਰੈਸ਼ਰ ਹੀ ਬੜਾ, ਕਈ ਸਿਫਾਰਿਸ਼ਾਂ ਆਉਂਦੀਆਂ ਵੀ ਇਹਦਾ ਇੱਦਾਂ ਜੀ, ਇਹਨੂੰ ਕਰੋ ਜੀ, ਬੜਾ ਕਹਿੰਦਾ ਵੀ ਇਹ ਕੰਮ ਨਹੀਂ ਹੋ ਸਕਦਾ। ਪਿੱਛੇ ਵੀ ਇੱਕ ਸਾਡਾ ਐਮਪਲਾਈ ਫੜਿਆ ਗਿਆ ਸੀ, ਉਹ ਡੁਪਲੀਕੇਟ ਰਿਪੋਰਟਾਂ ਬਣਾਉਂਦਾ ਸੀ। ਇੱਦਾਂ ਹੀ ਇੱਕ ਨੈਕਸਸ ਆ ਚੱਲ ਰਿਹਾ ਡੁਪਲੀਕੇਟ ਰਿਪੋਰਟ ਦਾ ਵੀ, ਉਹ 'ਚ ਕੁਛ ਗਨ ਹਾਊਸ ਵਾਲੇ ਵੀ ਹੈਗੇ ਆ ਸ਼ਾਮਲ, ਕੁਛ ਸਾਡੇ ਐਮਪਲਾਈ ਆ, ਕੁਛ ਪੁਲਿਸ ਮੁਲਾਜ਼ਮ ਵੀ ਆ। ਸਾਡੇ ਸ਼ਰਮਾ ਜੀ ਜਦੋਂ ਸਾਡੇ ਧਿਆਨ 'ਚ ਲਿਆਂਦੇ ਆ, ਮੈਂ ਉਸੇ ਟਾਈਮ ਕੰਪਲੇਂਟ ਲਿਖ ਕੇ ਕੰਸਰਨਡ ਪੁਲਿਸ ਸਟੇਸ਼ਨ ਨੂੰ, ਡੀਸੀਪੀ ਸਾਹਿਬ ਨੂੰ, ਕਮਿਸ਼ਨਰ ਸਾਹਿਬ ਨੂੰ, ਡੀ ਸਾਹਿਬ ਨੂੰ ਪਾ ਦੇਣਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਾਡੀ ਕਿਸੇ ਵੀ ਕੰਪਲੇਂਟ 'ਚ ਅਜੇ ਤੱਕ ਸਾਡਾ ਕੋਈ ਬਿਆਨ ਲਿਖਣ ਹੀ ਨਹੀਂ ਆਇਆ। ਕਾਰਵਾਈ ਤੇ ਕੀ ਕਰਨੀ ਆ, ਸਾਡੇ ਕੋਲ ਪੁੱਛਣ ਵੀ ਨਹੀਂ ਆਇਆ। ਰਿਕਾਰਡ ਨਾਲ ਲਾ ਕੇ ਭੇਜੇ ਆ ਵੀ ਆਹ ਡੁਪਲੀਕੇਟ ਰਿਪੋਰਟ, ਇਹਨੂੰ ਪਤਾ ਕਰੋ ਕਿੱਥੋਂ ਲਈ ਇਹਨੇ। ਪਰ ਅੱਜ ਤੱਕ ਪੁਲਿਸ ਨੇ ਜਹਿਮਤ ਹੀ ਨਹੀਂ ਉਠਾਈ ਵੀ ਆ ਕੇ ਪਤਾ ਕਰਨ ਵੀ ਇਹ ਸਾਡੇ ਬਿਆਨ ਲਿਖਣ, ਵੀ ਰਿਪੋਰਟ ਪੁੱਛਣ, ਉਹ ਬੰਦੇ ਨੂੰ ਪੁੱਛਣ। ਬੰਦਾ ਤੇ ਪ੍ਰੈਜ਼ੈਂਟ ਆ, ਉਹਦਾ ਲਾਇਸੈਂਸ ਬਣਿਆ, ਭਾਈ ਤੇ ਸਕਦਾ ਨਹੀਂ ਉਹ, ਵੀ ਉਹਨੂੰ ਪੁੱਛਣ ਵੀ ਤੂੰ ਕਿੱਥੋਂ ਲਈ ਰਿਪੋਰਟ, ਪਰ ਨਹੀਂ ਕਰਦੇ। ਇਹਦਾ ਮਤਲਬ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਨਹੀਂ ਚਾਹੁੰਦੀ। ਤੁਸੀਂ ਕੋਈ ਸੁਝਾਅ ਦੇਣਾ ਚਾਹੋ? ਮਤਲਬ ਇਹਦਾ ਮਤਲਬ ਜੇ ਦੋ ਦੇ ਨੁਕਸਾਨ ਹੈ। ਇੱਕ ਤਾਂ ਜਾਲੀ ਬਣ ਗਿਆ ਸਰਟੀਫਿਕੇਟ, ਸਰਕਾਰ ਦੇ ਖਾਤੇ ਜਿਹੜਾ ਪੈਸਾ ਜਾਣਾ ਚਾਹੀਦਾ ਸੀ ਉਹ ਨਹੀਂ ਗਿਆ। ਦੂਸਰਾ ਸਰਕਾਰ ਦਾ ਪਰਪਸ ਡਿਫੀਟ ਹੋ ਗਿਆ। ਇਹ ਵੇਖੋ ਜਿੱਦਾਂ ਹੁਣ ਵੀ ਹੈਗੀ ਆ, ਜਿਹਦੀ ਕੰਪਲੇਂਟ ਆ ਪੁਲਿਸ ਸਟੇਸ਼ਨ ਨੂੰ ਜਾਣੀ ਚਾਹੀਦੀ ਆ। ਐਸਐਮਓ ਨੂੰ ਚਾਹੀਦਾ ਵੀ ਪੁਲਿਸ ਸਟੇਸ਼ਨ ਕੰਪਲੇਂਟ ਦੇਣ। ਕੰਪਲੇਂਟ ਦੇਣ ਦਾ ਵੀ ਤਦ ਫਾਇਦਾ ਜੇ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਕਰਨੀ ਆ ਤੇ ਜੇ ਕਰਕੇ ਤੇ ਉੱਥੇ ਹੀ ਆ ਵੀ ਸੁਦਾ ਕਰ ਲੈਣਾ ਤੇ ਫਾਇਦਾ ਕੋਈ ਨਹੀਂ। ਤੁਹਾਡੀ ਨਜ਼ਰ 'ਚ ਕੀ ਹੋਣਾ ਚਾਹੀਦਾ? ਮੇਰੇ ਤੇ ਹੋਣਾ ਚਾਹੀਦਾ ਵੀ ਇਹ ਜਿਹੜੀ ਰਿਪੋਰਟ ਆ ਨਾ ਆਨਲਾਈਨ ਜਾਣੀ ਚਾਹੀਦੀ ਆ। ਇੱਥੋਂ ਹੀ ਆਨਲਾਈਨ ਉੱਥੇ ਜਾਵੇ ਕਮਿਸ਼ਨਰ ਦਫ਼ਤਰ, ਰਾਜ ਕੋਈ ਹੋਵੇ ਨਾ, ਹੱਥ 'ਚ ਦੇਣ ਵਾਲਾ ਕੰਮ ਹੀ ਨਾ ਹੋਵੇ। ਸਾਡੇ ਜਿਹੜਾ ਪੋਰਟਲ ਹੈਗਾ ਇਹ ਤੋਂ ਪੁਲਿਸ ਦੇ ਪੋਰਟਲ 'ਤੇ ਜਾਵੇ ਜਾਂ ਡੀਸੀ ਸਾਹਿਬ ਦੇ ਪੋਰਟਲ 'ਤੇ ਜਾਵੇ, ਉਹ ਰਿਪੋਰਟ ਜਿਹੜੀ ਆ ਮੰਨੀ ਜਾਵੇ, ਬਾਕੀ ਮੰਨੀ ਨਾ ਜਾਵੇ। ਅੱਛਾ, ਕਦੀ ਇਸ ਤਰ੍ਹਾਂ ਵੀ ਹੁੰਦਾ ਦੇਖੋ ਇੱਥੇ ਜਦੋਂ ਸੈਂਪਲ ਦੇਣ ਆਉਂਦੇ ਆ, ਆਪਣਾ ਯੂਰਿਨ ਬਦਲਣ ਦੀ ਕੋਸ਼ਿਸ਼ ਕਰਦੇ ਆ ਜਾਂ ਘਰੋਂ ਹੀ ਲੈ ਕੇ ਆਉਂਦੇ ਆ, ਜਾਂ ਕਦੀ ਤੁਹਾਡੇ ਤੇ ਇਦਾਂ ਦਾ ਵੀ ਪ੍ਰੈਸ਼ਰ ਹੁੰਦਾ ਹੋਵੇ ਵੀ ਮੈਂ ਆਪਣੀ ਜਗ੍ਹਾ ਕਿਸੇ ਦਾ ਸੈਂਪਲ ਦੇ ਦਿੰਦਾ ਵੀ ਇਹਨੂੰ ਪਾਸ ਕਰ ਦਿਓ? ਬੜਾ ਪ੍ਰੈਸ਼ਰ ਪੈਂਦਾ ਵੀ ਅਸੀਂ ਕਹੀਦਾ ਵੀ ਭਾਊ ਤੇਰਾ ਲਾਇਸੈਂਸ ਕਰਾਉਂਦਿਆਂ ਅਸੀਂ ਆਪਣੀ ਨੌਕਰੀ ਨਹੀਂ ਗਵਾਉਣੀ, ਅਸੀਂ ਨਹੀਂ ਇਹ ਕੰਮ ਕਰ ਸਕਦੇ। ਆ ਸਾਡੇ ਐਸਐਮਓ ਸਾਹਿਬ ਨੂੰ ਆ ਪਿੱਛੇ ਆ 3 ਦਿਨ ਹੋਏ ਆ, ਬੜਾ ਉਹਨਾਂ ਪੋਲੀਟੀਕਲ ਪ੍ਰੈਸ਼ਰ ਪਾਇਆ 2 ਬੰਦਿਆਂ ਨੇ, ਉਹਨਾਂ ਵੀ ਹੱਥ ਖੜੇ ਕਰਤੇ ਵੀ ਮੈਂ ਨਹੀਂ ਇਹ ਕੰਮ ਕਰ ਸਕਦਾ। ਹੁਣ ਸ਼ਰਮਾ ਜੀ ਨੇ ਕਈ ਵਾਰੀ ਬੰਦੇ ਫੜੇ ਜਿਹੜੇ ਘਰੋਂ ਹੀ ਗੁੱਥੀਆਂ 'ਚ ਪਿਸ਼ਾਬ ਪਾ ਕੇ ਆਏ ਹੁੰਦੇ ਆ, ਪੋਲੀਥੀਨ ਬੈਗ 'ਚ ਲੈ ਕੇ ਆਏ ਹੁੰਦੇ ਆ। ਉਹ ਆਪਣੇ ਕੱਛੇ ਦੇ ਵਿੱਚ ਨਾਲ ਹੀ ਬੰਨਿਆ ਹੁੰਦਾ ਉਹਨਾਂ ਨੇ, ਇਹ ਤਲਾਸ਼ੀ ਲੈਂਦੇ ਦੇ ਵਿੱਚੋਂ ਨਿਕਲ ਆਉਂਦਾ। ਅੱਛਾ, ਜਿਵੇਂ ਤੁਸੀਂ ਲੋਕ ਤੇ ਨਹੀਂ ਬਣਾਉਂਦੇ, ਬਟ ਤੁਹਾਡੇ ਹੀ ਡਿਪਾਰਟਮੈਂਟ ਦੇ ਕੁਝ ਲੋਕ ਐਸੇ ਨੇ ਜਿਵੇਂ ਕੰਟਰੈਕਟ ਤੇ ਲੱਗਿਆ ਬੰਦਾ ਪਕੜਿਆ ਗਿਆ, ਉਹ ਤੇ ਫਿਰ ਸਾਰਾ ਇੱਕ ਮਿਲ ਕੇ ਨਕਸ਼ੇ ਚੱਲ ਰਿਹਾ ਹੈ, ਤੇ ਇਹ ਕਿਵੇਂ ਟੁੱਟੇਗਾ? ਕਿਵੇਂ ਟੁੱਟੇਗਾ? ਪੁਲਿਸ ਜਦੋਂ ਪੁਲਿਸ ਦੀ ਇੱਛਾ ਸ਼ਕਤੀ ਜਾਗ ਗਈ ਤੇ ਇਹਨਾਂ ਨੇ एक्शन लेना शुरू करता, कोई FIR दर्ज की तो अपने आप टूट जाना। अब हम बात करेंगे सिविल अस्पताल के सीनियर मेडिकल अधिकारी डॉक्टर राजू चौहान के साथ, उनका क्या कहना है। साढ़े नाल ने अमृतसर सिविल हॉस्पिटल के सीनियर मेडिकल अधिकारी डॉक्टर राजू चौहान। डॉक्टर साहब नमस्कार। नमस्कार। डॉक्टर साहब एक मामला फड़िया गया जी, डोप ਦੀਆਂ ਜਾਲੀ ਰਸੀਦਾਂ, ਉਹਦੇ ਬਾਰੇ ਥੋੜਾ ਡਿਟੇਲ ਚ ਦੱਸਣਾ। ਮੈਂ ਤੁਹਾਡੇ ਧਿਆਨ 'ਚ ਹੀ ਲਿਆਉਣਾ ਚਾਹੁੰਦਾ ਵਾਂ ਕਿ ਕੱਲ ਦੁਪਹਿਰੇ 1 ਵਜੇ ਇੱਕ ਪੇਸ਼ੈਂਟ ਸਾਡੇ ਕੋਲ ਆਇਆ 1 ਵਜੇ ਟੈਸਟ ਕਰਾਉਣ ਵਾਸਤੇ, ਆਪਣਾ ਸੈਂਪਲ ਦੇਣ ਵਾਸਤੇ। ਜਦ ਕਿ ਉਹਦਾ ਸੀਰੀਅਲ ਨੰਬਰ 1 ਟੋਕਨ ਨੰਬਰ 1 ਲੱਗਾ ਦਾ ਸੀ। ਉਹਨੂੰ ਸਟਾਫ ਨੇ ਪੁੱਛਿਆ, ਲੈਬ ਦੇ ਸਟਾਫ ਨੇ, ਵੀ ਤੇਰਾ 1 ਨੰਬਰ ਆ, ਸਵੇਰ ਦਾ ਆ ਕੇ ਤੂੰ ਪੈਸੇ ਜਮ੍ਹਾਂ ਕਰਾਇਆ, ਤੂੰ ਸਵੇਰ ਦਾ ਆਇਆ ਵਾਂ ਤੇ ਤੂੰ 1 ਵਜੇ ਕਿਉਂ ਆ ਰਿਹਾ? ਉਹ ਸ਼ੱਕ ਪੈਦਾ ਹੋਇਆ ਤੇ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਦੇ ਸਕਿਆ। ਉਹਨੇ ਅੱਗੇ ਇਹ ਕਿਹਾ ਕਿ ਮੈਂ ਆਪ ਨਹੀਂ ਆਇਆ ਸੀ ਸਵੇਰੇ, ਤੇ ਮੈਂ ਕਿਸੇ ਨੂੰ ਤੁਹਾਡੇ ਸਟਾਫ ਦੇ ਇੱਕ ਬੰਦੇ ਨੂੰ ਕਿਹਾ ਸੀ ਮੇਰੇ ਪੈਸੇ ਜਮ੍ਹਾਂ ਕਰਾ ਦੇ ਤੇ ਮੇਰੀ ਪਰਚੀ ਬਣਵਾ ਦੇ, ਤੇ ਮੇਰੇ ਕੋਲ ਹੁਣ ਟਾਈਮ ਲੱਗਾ, ਮੈਂ 1 ਵਜੇ ਆਇਆ। ਉੱਥੋਂ ਸਟਾਫ ਦਾ ਮੱਥਾ ਖੰਟਕਿਆ ਤੇ ਉਹਨਾਂ ਨੇ ਉਸੇ ਵੇਲੇ ਹੀ ਉਹਦਾ ਰਿਕਾਰਡ, ਪਰਚੀਆਂ ਵਗੈਰਾ ਚੈੱਕ ਕੀਤੀਆਂ ਵੀ ਇਹ ਕੀ ਗੱਲ ਹੈਗੀ, ਕਿਹੜਾ ਸਟਾਫ ਦਾ ਮੈਂਬਰ ਹੈਗਾ। ਫਿਰ ਉਹਨੂੰ ਪੁੱਛਿਆ ਗਿਆ ਤੇ ਉਹਨੂੰ ਦੱਸਿਆ ਕਿ ਮੈਂ ਇੱਥੇ ਸਨੀ ਲੜਕਾ ਤੁਹਾਡਾ ਕੰਮ ਕਰਦਾ ਵਾ ਆਯੁਸ਼ਮਾਨ ਦੇ ਵਿੱਚ। ਅੱਛਾ, ਨਹੀਂ ਡਾਕਟਰ ਸਾਹਿਬ ਇਹ ਦੱਸਣਾ ਥੋੜਾ ਵੀ ਕਿਆ ਜਿਹੜੇ ਉਹਦੇ ਕੋਲ ਪਰਚੀ ਸੀਗੀ ਉਹਦੇ 'ਚ 1500 ਰੁਪਏ ਦੀ ਰਸੀਦ ਤਾਂ ਸੀਗੀ ਉਹਦੇ ਕੋਲ, ਪਰ ਜਦੋਂ ਉਹ ਰਿਕਾਰਡ ਦੇਖਿਆ ਉਹ ਰਿਕਾਰਡ 'ਚ ਉਹ ਮੈਚ ਨਹੀਂ ਸੀ ਕਰ ਰਿਹਾ, ਉਹ ਰਸੀਦ ਉਹਦੇ ਵਿੱਚ ਨਹੀਂ ਸੀਗੀ। ਮੈਂ ਤੁਹਾਨੂੰ ਉਹੀ ਦੱਸਣਾ, ਉੱਥੇ ਆ ਰਿਹਾ ਮੈਂ। ਜਦੋਂ ਉਹਨਾਂ ਨੇ ਰਿਕਾਰਡ ਵੇਖਿਆ, ਉਹਨਾਂ ਨੇ OPD ਸਲਿੱਪ ਦੇਖੀ, ਡਾਕਟਰ ਹਰਕਮਲ ਦੇ ਸਾਈਨ ਸੀ ਉੱਤੇ। ਡਾਕਟਰ ਸਾਹਿਬ ਨੇ ਗੁੱਡ ਫੇਥ ਤੇ ਉਹ ਸਨੀ ਦੇ ਕਹਿਣ ਤੇ ਉਹ ਬਿਨਾਂ ਪੇਸ਼ੈਂਟ ਦੀ ID ਪ੍ਰੂਫ ਜਾਂ ਸਾਹਮਣੇ ਫਿਜ਼ੀਕਲੀ ਪ੍ਰੈਜ਼ੈਂਟ ਗੁੱਡ ਫੇਥ ਤੇ ਸਟਾਫ ਕਰਕੇ ਉਹਨਾਂ ਨੇ ਕਰ ਦਿੱਤਾ ਵੀ ਚਲੋ ਅਲਾਉ ਕਰ ਦਿੱਤਾ, ਟੈਸਟ ਕਰਾ ਲਏ। ਲੇਕਿਨ ਉਸ ਬੰਦੇ ਨੇ ਕੀ ਕੀਤਾ ਕਿ ਉਹਦੇ ਕੋਲ ਪੈਸੇ ਪੇਸ਼ੈਂਟ ਕੋਲ ਲੈ ਕੇ ਆਪਣੀ ਜੇਬ 'ਚ ਪਾ ਲਏ
ਤੇ ਇੱਕ ਜਾਲੀ ਰਸੀਦ ਆਪਣੇ ਕੰਪਿਊਟਰ ਤੇ ਬਣਾਤੀ। ਸਾਡੇ ਕੋਲ ਜਿਹੜੇ ਕੰਪਿਊਟਰ ਦੋ ਜਿਹੜੇ ਪੈਸੇ ਜਿਹੜੇ ਕਲੈਕਸ਼ਨ ਕਰਨੇ ਡੋਪ ਦੇ, ਦੋ ਕੰਪਿਊਟਰ ਚੱਲਦੇ ਸੀ, 4 ਨੰਬਰ ਤੇ 6 ਨੰਬਰ। ਸਾਡਾ 6 ਨੰਬਰ ਕੰਪਿਊਟਰ ਬੰਦ ਪਿਆ ਵਾ, 11 ਨੰਬਰ ਕਮਰੇ ਦੇ ਵਿੱਚ ਉਹਦੀਆਂ ਲੀਡਾਂ ਵੀ ਲਾਈਆਂ, ਬਿਲਕੁਲ ਬੰਦ ਪਿਆ ਵਾ, ਤੇ 4 ਨੰਬਰ ਤੇ ਹੀ ਸਾਰੇ ਪੈਸੇ ਜਮ੍ਹਾਂ ਹੋ ਰਹੇ, ਯੂਜ਼ਰ ਚਾਰਜਸ ਵਗੈਰਾ। ਉਸਨੇ ਕਿਉਂਕਿ ਉਹ ਭੇਤੀ ਸੀ, ਪਹਿਲੇ ਵੀ ਇੱਥੇ ਕੰਮ ਕਰਦਾ ਰਿਹਾ, 3 ਨੰਬਰ ਦੇ ਵਿੱਚ ਉਹ, ਤੇ ਉਹਨੂੰ ਸਾਰੀ ਵੈਬਸਾਈਟ ਦਾ ਵੀ ਪਾਸਵਰਡ ਵੀ ਪਤਾ ਸੀ। ਉਹਨੇ ਆਪਣੇ ਆਨਲਾਈਨ ਕੰਪਿਊਟਰ ਤੇ ਖੋਲ੍ਹ ਕੇ ਉਹਦਾ ਰਜਿਸਟ੍ਰੇਸ਼ਨ ਨੰਬਰ ਦੇਖਿਆ ਤੇ 6 ਨੰਬਰ ਕੰਪਿਊਟਰ ਦੇ ਕਰਕੇ ਉਹਨੇ ਤੇ ਰਸੀਦ ਇੱਕ ਜਾਲੀ ਬਣਾ ਲਈ, ਉਹਦਾ ਪ੍ਰਿੰਟ ਕੱਢਿਆ। ਜਦ ਕਿ ਉੱਥੇ ਇੱਕ ਫਾਰਮੇਸੀ ਅਫਸਰ, ਫਾਰਮੇਸੀ ਸਟੂਡੈਂਟ ਉੱਥੇ ਪ੍ਰੈਜ਼ੈਂਟ ਸੀ ਕਮਰੇ 'ਚ, ਉਹ ਇਹ ਚੀਜ਼ਾਂ ਵੇਖ ਰਿਹਾ ਸੀ। ਉਹਨੇ ਉਸ ਚੀਜ਼ ਦੇ ਵਿੱਚ ਲਿਖਤੀ ਬਿਆਨ ਦਿੱਤਾ ਕਿ ਮੇਰੇ ਸਾਹਮਣੇ ਇਹਨੇ ਕੰਪਿਊਟਰ ਤੇ ਸੌਫਟਵੇਅਰ ਖੋਲ੍ਹਿਆ ਜੀ, ਐਪਲੀਕੇਸ਼ਨ ਖੋਲ੍ਹੀ ਆ ਔਰ ਇਹਨੇ ਰਸੀਦ ਬਣਾਈ ਆ ਔਰ ਰਸੀਦ ਦਾ ਪ੍ਰਿੰਟ ਵੀ ਕੱਢਿਆ। ਉਹਨੇ ਲਿਖ ਕੇ, ਉਹ ਬੱਚੇ ਨੇ ਉਹ ਆਪਣਾ, ਉਹ ਸਾਨੂੰ ਰਿਟਰਨ ਆਪਣਾ ਬਿਆਨ ਦਿੱਤਾ ਗਾ। ਫਿਰ ਇਹਨੂੰ ਬੁਲਾਇਆ ਗਿਆ ਸਨੀ ਨੂੰ, ਇਹਨੂੰ ਪੁੱਛਿਆ ਔਰ ਇਹ ਸੈਟਿਸਫੈਕਟਰੀ ਜਵਾਬ ਨਹੀਂ ਦੇ ਸਕਿਆ ਕੋਈ ਵੀ, ਉਸ ਵੇਲੇ ਤਸੱਲੀ ਬਖਸ਼ ਜਵਾਬ ਨਹੀਂ ਆਇਆ। ਜਦੋਂ ਇਹਦੇ ਵੱਲੋਂ ਸਾਡਾ ਹੋਰ ਮਨ 'ਚ ਸ਼ੱਕ ਪੈਦਾ ਹੋਇਆ, ਫਿਰ ਇਹਦਾ ਕੰਪਿਊਟਰ ਮੈਂ ਅੱਜ ਸਾਰਾ ਸੀਲ ਕਰਾਤਾ ਸੀ, ਰੂਮ ਸੀਲ ਕਰਾਤਾ ਸੀ, ਤੇ ਇਹਦੀ ਜਿਹੜੀ ਖਿਲਾਫ ਇਨਕੁਆਇਰੀ ਜਿਹੜੀ ਆ ਉਹ ਆਪਣੇ ਉੱਚ ਅਧਿਕਾਰੀ ਮਾਨਯੋਗ ਡਾਕਟਰ ਚਰਨਜੀਤ ਸਿਵਲ ਸਰਜਨ ਨੇ ਅੰਮ੍ਰਿਤਸਰ ਦੇ, ਉਹਨਾਂ ਨੂੰ ਇਹਦੇ ਬਾਰੇ ਲਿਖ ਦਿੱਤਾ ਗਿਆ ਵਾ। ਅੱਛਾ ਡਾਕਟਰ ਸਾਹਿਬ, ਇਹ ਵੀ ਦੇਖਿਆ ਵੀ ਇਹ ਕਦੋਂ ਤੋਂ ਇਹ ਲੱਗਾ ਇੱਥੇ ਤੇ ਕਦੋਂ ਤੋਂ ਇਹ ਕੰਮ ਚੱਲ ਰਿਹਾ, ਕਿਉਂਕਿ ਇਹ ਪਹਿਲਾ ਮਾਮਲਾ ਤਾਂ ਹੋਣਾ ਨਹੀਂ। ਦੇਖੋ ਇੰਨੀ ਹਿੰਮਤ ਬੰਦਾ ਨਹੀਂ ਕਰ ਸਕਦਾ। ਇਸ ਤੋਂ ਪਹਿਲੇ ਵੀ ਦੇਖੋ ਡੋਪ ਟੈਸਟ ਦਾ ਮਤਲਬ ਤੇ ਹੈ ਨਾ ਜੀ ਵੀ ਨਸ਼ੇੜੀਆਂ ਦੇ ਹੱਥਾਂ 'ਚ ਹਥਿਆਰ ਨਾ ਹੋਣ, ਤਾਂ ਹੀ ਸਰਕਾਰ ਨੇ ਡੋਪ ਟੈਸਟ ਦੀ ਸੁਵਿਧਾ ਸ਼ੁਰੂ ਕੀਤੀ ਸੀ। ਪਰ ਇਹ ਦੇਖਣ 'ਚ ਆਇਆ ਇਸ ਤਰ੍ਹਾਂ ਦੇ ਲੋਕ ਤੇ ਬਹੁਤ ਜ਼ਿਆਦਾ ਸੈਟਬੈਕ ਸਮਾਜ ਨੂੰ ਵੀ ਪਹੁੰਚਾ ਰਹੇ ਹਨ। ਇਹ ਮੇਰੇ ਧਿਆਨ 'ਚ ਨਾ ਪਿਛਲੇ ਕਈ ਦਿਨਾਂ ਤੋਂ ਮੈਨੂੰ ਕੰਪਲੇਂਟ ਮਿਲ ਰਹੀ ਵੀ ਕੋਈ ਜਾਲੀ ਸਰਟੀਫਿਕੇਟ ਵੀ ਇਸ਼ੂ ਹੋ ਰਹੇ ਨੇ, ਔਰ ਜਾਲੀ ਰਸੀਦ ਹੀ ਨਹੀਂ, ਸਰਟੀਫਿਕੇਟ ਵੀ ਇਸ਼ੂ ਹੋ ਰਹੇ ਆ। ਇਹ ਵਿੱਚ ਸਰਟੀਫਿਕੇਟ ਕਿਹੜੇ ਡਾਕਟਰ? ਡੋਪ ਟੈਸਟ ਦੇ, ਜਦ ਕਿ ਅਸੀਂ ਜਿਹੜੇ ਆਨਲਾਈਨ ਕਰਨੇ ਆ, ਉਹ ਜਿਹੜੇ ਆ ਉਹ ਸਾਡੇ ਜਿਹੜੀ ਜਿੰਨਾ ਵੀ ਟੈਸਟ ਆਉਂਦਾ ਹੁੰਦਾ ਆਨਲਾਈਨ ਹੁੰਦਾ ਸਾਰਾ ਕੁਝ। ਮਤਲਬ ਜੇ ਬੰਦੇ ਦੀ ਕਹਿਣ ਦਾ ਮਤਲਬ ਜਾਲੀ ਉਹ ਵੀ ਬੰਦਾ ਜੇ ਨਸ਼ਾ ਕਰ ਰਿਹਾ, ਰਿਪੋਰਟ 'ਚ ਹੁੰਦਾ ਨਸ਼ਾ ਕਰ ਰਿਹਾ, ਬਟ ਜਾਲੀ ਬਣਾ ਦਿੱਤਾ ਜਾਂਦਾ, ਉਹਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਤੇ ਇਹਦੇ ਬਦਲੇ ਮੋਟੇ ਪੈਸੇ ਲੈ ਜਾਂਦੇ ਨੇ। ਮੋਟੇ ਪੈਸੇ ਲੈ ਜਾਂਦੇ ਉਹਨਾਂ ਕੋਲ। ਮੈਨੂੰ ਇਹ ਸ਼ਿਕਾਇਤ ਬਾਹਰੋਂ ਮਿਲ ਰਹੀ ਸੀ ਵੀ ਇਦਾਂ ਦਾ ਕੋਈ ਕੰਮ ਬਾਹਰ ਚੱਲਦਾ ਪਿਆ ਕੋਈ। ਮੈਨੂੰ ਸ਼ੱਕ ਪੈਂਦਾ, ਪਰ ਮੈਂ ਇਸ ਗੱਲ 'ਤੇ ਹਜੇ ਪੱਕਾ ਨਹੀਂ, ਕਨਫਰਮ ਨਹੀਂ, ਇਹ ਮੈਟਰ ਆਫ ਇਨਵੈਸਟੀਗੇਸ਼ਨ ਆ। ਹੋ ਸਕਦਾ ਕੋਈ ਮੇਰੇ ਨਾਲ 5-4 ਬੰਦੇ, ਕੋਈ ਟੀਮ ਹੋਵੇ ਜਿਹੜੀ ਕਿ ਇਹ ਕੰਮ ਕਰ ਰਹੀ ਸੀ। ਇਹਦੀ ਪੂਰੀ ਪੜਤਾਲ ਕਰਾਂਗੇ ਅਸੀਂ ਵੀ ਇਹ ਜਾਲੀ ਅੱਜ ਰਸੀਦ ਆ ਕਿ ਜਾਲੀ ਸਰਟੀਫਿਕੇਟ ਵੀ ਇਸ਼ੂ ਕਰਦਾ ਰਿਹਾ। ਇਹ ਬਾਰੇ ਸਾਰੀ ਪੜਤਾਲ ਕਰਨ ਦਾ ਵਿਸ਼ਾ ਗਾ। ਇਹਦੇ ਬਾਰੇ ਹੀ ਜੋ ਕੋਈ ਬੰਦਾ। ਡਾਕਟਰ ਸਾਹਿਬ, ਇਹ ਤੁਸੀਂ ਸਿਰਫ ਇਨਕੁਆਇਰੀ ਮਾਰ ਕੀਤੀ ਜਾਂ ਪੁਲਿਸ ਨੂੰ ਵੀ ਮਾਮਲਾ ਦਿੱਤਾ? ਕਿਉਂਕਿ ਬੜਾ ਮਾਮਲਾ ਸੰਗੀਨ ਹੈ। ਇੱਕ ਤਾਂ ਸਰਕਾਰੀ ਰੈਵਨਿਊ ਨਾਲ ਛੇੜਛਾੜ ਹੋ ਰਹੀ ਹੈ, ਇੱਕ ਦੂਸਰਾ ਜਿਹੜਾ ਪੰਜਾਬ ਸਰਕਾਰ ਦੇ ਉਸ ਮੰਤਵ ਨੂੰ ਢਾਹ ਪਹੁੰਚ ਰਹੀ ਹੈ ਜਿਹੜਾ ਇਹ ਕਿਹਾ ਗਿਆ ਸੀ ਵੀ ਨਸ਼ੇੜੀਆਂ ਦੇ ਹੱਥਾਂ 'ਚ ਹਥਿਆਰ ਨਹੀਂ ਹੋਣੇ ਚਾਹੀਦੇ। ਦੇਖੋ, ਅਸੀਂ ਉੱਚ ਅਧਿਕਾਰੀਆਂ ਨੂੰ ਇਹਦੇ ਬਾਰੇ ਲਿਖਿਆ ਵੀ ਇਹਦੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ, ਜੋ ਬਣਦੀ ਕਾਰਵਾਈ ਹੈ ਉਹ ਸਾਨੂੰ ਦੱਸਿਆ ਜਾਵੇ ਕਿੱਦਾਂ ਇਹ ਕਰਨਾ ਗਾ, ਔਰ ਜੋ ਮੈਨੂੰ ਨਿਰਦੇਸ਼ ਮਿਲਣਗੇ ਉਸ ਉਹਦੇ ਮੁਤਾਬਕ ਕਾਰਵਾਈ ਮੈਂ ਕਰਾਂਗਾ। ਅੱਛਾ ਡਾਕਟਰ ਸਾਹਿਬ, ਇਹ ਕੰਟਰੈਕਟ ਬੇਸਿਸ ਤੇ ਲੱਗਿਆ ਜਾਂ ਪੱਕਾ ਮੁਲਾਜ਼ਮ ਹੈ ਤੁਹਾਡਾ, ਤੇ ਕਿੰਨੀ ਦੇਰ ਤੋਂ ਇੱਥੇ ਕੰਮ ਕਰ ਰਿਹਾ? ਇਹ ਪਿਛਲੇ 5-6 ਸਾਲ ਤੋਂ ਕੰਮ ਕਰ ਰਿਹਾ ਸੀ, ਔਰ ਇਹ ਕੰਟਰੈਕਟ 'ਤੇ ਹੈਗਾ ਵਾ ਆਪਣਾ ਆਯੁਸ਼ਮਾਨ ਦੇ ਵਿੱਚ ਕੰਪਿਊਟਰ ਆਪਰੇਟਰ। ਅੱਛਾ, ਤੇ ਡਾਕਟਰ ਸਾਹਿਬ ਫਿਰ ਤੁਸੀਂ ਇਸ ਤੋਂ ਬਾਅਦ ਕੁਝ ਹੋਰ ਆਪਣਾ ਫੂਲ ਪ੍ਰੂਫ ਕਰਨ ਵਾਸਤੇ ਕਿਆ ਪ੍ਰੀਵੈਂਟਿਵ ਮੈਜਰ ਕਿਆ ਲਏ ਆ ਤੁਹਾਡੇ ਵੱਲੋਂ? ਹੁਣ ਜਿਹੜੇ ਪ੍ਰੀਵੈਂਟਿਵ ਮੈਜਰ ਲਏ ਆ, ਮੈਂ ਫਿਜ਼ੀਕਲੀ ਹਰ ਬੰਦੇ ਨੂੰ ਆਪਣੇ ਕਮਰੇ 'ਚ ਪਹਿਲੇ ਬੁਲਾਉਣਾ, ਉਹਦਾ ਆਧਾਰ ਕਾਰਡ ਨਾਲ ਉਹਦਾ ਮੈਚ ਕਰਨਾ, ਉਹਦਾ ਐਡਰੈਸ, ਫੋਨ ਨੰਬਰ, ਫੋਟੋ ਮੈਚ ਕਰਕੇ ਫਿਰ ਉਹਦੇ ਮੈਂ ਆਪ ਨੰਬਰ ਲਾ ਰਿਹਾ। ਮੇਰਾ ਨੰਬਰ ਦਾ ਲੱਗਦਾ, ਉਸੇ ਨੰਬਰ 'ਤੇ ਹੀ ਪਰਚੀ ਬਣਦੀ ਆ, ਉਸੇ ਹੀ ਬੰਦੇ ਦੀ ਪਰਚੀ ਬਣੇਗੀ ਜਿਹੜਾ ਮੇਰਾ ਪਹਿਲੇ ਸਾਈਨ ਹੋਣਗੇ ਪਰਚੀ 'ਤੇ ਓਪਡੀ ਔਰ ਆਧਾਰ ਕਾਰਡ 'ਤੇ। ਔਰ ਜਦੋਂ ਪਰਚੀ ਬਣ ਕੇ ਆਉਂਦੀ ਆ, ਫਿਰ ਦੁਬਾਰਾ ਮੇਰੇ ਸਾਈਨ ਹੁੰਦੇ ਆ ਵੀ ਵਾਕਈ ਉਸੇ ਬੰਦੇ ਦੀ ਪਰਚੀ ਬਣੀ ਆ, ਉੱਥੇ ਬੰਦਾ ਹੋਰ ਨਹੀਂ ਗਿਆ। ਫਿਰ ਦੁਬਾਰਾ ਮੇਰੇ ਕਮਰੇ 'ਚ ਫਿਜ਼ੀਕਲੀ ਬੰਦਾ ਫਿਰ 2 ਵਾਰੀ ਪ੍ਰੈਜ਼ੈਂਟ ਹੁੰਦਾ। ਉਸ ਤੋਂ ਬਾਅਦ ਜਦੋਂ ਉੱਥੇ ਕੈਮਰੇ ਦੇ ਵਿੱਚ ਰਿਕਾਰਡਿੰਗ ਹੈ, ਸਾਰਾ ਕੁਝ ਉੱਥੇ ਵੀ ਸਭ ਫੁੱਲ ਪ੍ਰੂਫ ਕੰਮ ਹੈਗਾ। ਜਦੋਂ ਰਿਪੋਰਟ ਬਣ ਜਾਂਦੀ ਹੈ, ਉਸ ਤੋਂ ਬਾਅਦ ਫਿਰ SMO ਮੇਰੇ ਜਾਂ ਡਾਕਟਰ ਹਰਕਮਲ ਕਿਸੇ ਦੇ ਸਾਈਨ ਹੋ ਕੇ ਫਿਰ ਅਸੀਂ ਰਿਪੋਰਟ ਜਿਹੜੀ ਆ ਉਹ ਦਿੰਦੇ ਹਾਂ। ਕੁੱਲ ਮਿਲਾ ਕੇ ਇਹ ਸ਼ੋਅ ਕੀਤਾ ਜਾ ਸਕਦਾ ਕਿ ਹੁਣ ਜਿਹੜਾ ਜਾਲੀ ਸਰਟੀਫਿਕੇਟ ਵੀ ਇਸ਼ੂ ਨਹੀਂ ਹੋਣਗੇ ਤੇ ਜਾਲੀ ਜਿਹੜੀਆਂ ਰਸੀਦਾਂ ਵੀ ਨਹੀਂ ਬਣਨੀਆਂ। ਬਿਲਕੁਲ ਠੀਕ ਤੁਹਾਡਾ ਕਹਿਣਾ ਵੀ ਹੁਣ ਕਾਫੀ ਜ਼ਿਆਦਾ ਹੀ ਹੋਰ ਸਖਤੀ ਕੀਤੀ ਆ, ਔਰ ਇਹ 'ਤੇ ਬਿਲਕੁਲ ਹੀ ਬਰੀਕ ਛਾਨਣੀ ਕਰਤੀ ਵੀ ਇਹਦੇ ਵਿੱਚੋਂ ਕੋਈ निकल ना सके। ये देखिए, ये डॉक्टर राजू चौहान है, सीनियर मेडिकल अधिकारी हैं सिविल हॉस्पिटल के। किस तरह धंधा चल रहा था, डोप टेस्ट करवाने के लिए लोग यहाँ पर आते हैं। आपको ये बता दें, सरकार की ओर से डोप टेस्ट इसलिए शुरू किए गए थे ताकि पता चल सके जिसके पास असला हथियार हैं, लाइसेंसी हथियार हैं, कहीं वो नशा तो नहीं करता। यहाँ पर टेस्ट होते हैं, 1500 रुपये इसकी फ़ीस है। यहाँ पर कुछ मुलाजिम मिले हुए हैं, एक तो जिसकी रिपोर्ट पॉजिटिव आती है, यानी कि वो जिस सरकार की ओर से तयशुदा की गई दवाइयों को वो सेवन करता है, जिसमें अफीम, अल्प्राजोलैम और भी ट्रामाडोल के अलावा कुछ दवाइयाँ और भी शामिल हैं, वो पॉजिटिव आ जाता है, उसे जाली रिपोर्ट बनाकर दे दी जाती है। एक मामला पहले भी ऐसा ही सामने आ चुका है सेहत विभाग में, तब रामदास में ये कार्रवाई हुई थी, वो भी एक जाली सर्टिफिकेट बनाकर देता था और हज़ारों रुपए लिए जाते थे। अब अभी तक पुलिस के पास मामले की शिकायत नहीं की गई है। इन्हें इंतज़ार है आला अधिकारियों से आने वाले दिशा निर्देशों का। लेकिन
सरकार को चूना लग रहा है। हर रोज करीब करीब जिस दिन जो डोप टेस्ट होते हैं 50 से 100 लोग अपना डोप टेस्ट करवाने के लिए आते हैं। सरकार जो पैसा सरकार के खजाने में आना चाहिए कुछ लोगों की जेबों में जा रहा है। इस मामले का पर्दा जल्द से जल्द फाश होना चाहिए। अमृतसर से D4 न्यूज़ के लिए दीपक भंडारी की खास रिपोर्ट।